ਦੀ ਆਰਜੀ ਕਿਡਸ। ਕਹਾਣੀ ਗਰੀਬ ਦਾ ਨਵਾਂ ਸਾਲ। ਅਪਾਹਜ ਰਾਮਦੀਨ ਸ਼ਹਿਰ ਦੀ ਇੱਕ ਗਰੀਬ ਬਸਤੀ ਵਿੱਚ ਰਹਿੰਦਾ ਸੀ। ਉਹਦੀ ਪਤਨੀ ਕਈ ਸਾਲ ਪਹਿਲੇ ਹੀ ਰੱਬ ਨੂੰ ਪਿਆਰੀ ਹੋ ਚੁੱਕੀ ਸੀ। ਹੁਣ ਉਹ ਆਪਣੇ 2 ਬੱਚਿਆਂ ਆਸ਼ੂ ਤੇ ਅੰਸ਼ਿਕਾ ਦਾ ਪਾਲਣ ਪੋਸ਼ਣ ਆਪ ਹੀ ਕਰਦਾ ਪਿਆ ਸੀ। ਉਹ ਇੱਕ ਮੋਚੀ ਸੀ ਤੇ ਸਾਹਬ, ਜੁੱਤਿਆਂ ਦੀ ਮੁਰੰਮਤ ਹੀ ਕਰਨੀ ਹੈ ਜਾਂ ਉਹਨਾਂ ਦੀ ਪਾਲਿਸ਼ ਵੀ ਕਰ ਦਿਆਂ? ਹਾਂ ਭਾਈ, ਚੰਗੀ ਤਰ੍ਹਾਂ ਮੁਰੰਮਤ ਕਰਕੇ ਇਹਨੂੰ ਪਾਲਿਸ਼ ਵੀ ਕਰ ਦਵੀਂ। ਠੀਕ ਹੈ ਜਨਾਬ। ਇਹ ਕਹਿ ਕੇ ਰਾਮਦੀਨ ਉਹਦੀਆਂ ਜੁੱਤੀਆਂ ਦੀ ਮੁਰੰਮਤ ਕਰਕੇ ਉਹਨਾਂ ਨੂੰ ਪਾਲਿਸ਼ ਕਰ ਦਿੰਦਾ ਹੈ ਤੇ ਫਿਰ ਗਾਹਕ ਉਸ ਨੂੰ ਪੈਸੇ ਦੇ ਕੇ ਚਲਾ ਜਾਂਦਾ ਹੈ। ਉਹਦੇ ਜਾਂਦੇ ਹੀ ਰਾਮਦੀਨ ਦਾ ਬੇਟਾ ਆਸ਼ੂ ਉੱਥੇ ਆ ਜਾਂਦਾ ਹੈ ਤੇ ਬਾਪੂ, ਮੈਂ ਤੁਹਾਡੇ ਲਈ ਰੋਟੀ ਲੈ ਕੇ ਆਇਆ। ਪਹਿਲਾਂ ਤੁਸੀਂ ਇਹ ਰੋਟੀ ਖਾ ਲਵੋ ਤੇ ਜਿਹੜਾ ਕੰਮ ਬਾਕੀ ਬਚਿਆ ਉਹ ਬਾਅਦ ਵਿੱਚ ਕਰ ਸਕਦੇ ਹੋ, ਠੀਕ ਹੈ? ਸਮਝ ਗਿਆ ਮੇਰੇ ਦਾਦਾ ਜੀ, ਤੁਹਾਨੂੰ ਆਪਣੇ ਨਾਲੋਂ ਜ਼ਿਆਦਾ ਮੇਰੀ ਚਿੰਤਾ ਰਹਿੰਦੀ ਆ। ਰਹੇਗਾ ਕਿਉਂ ਨਹੀਂ ਬਾਪੂ ਜੀ, ਤੁਸੀਂ ਮੇਰੇ ਬਾਪੂ ਹੋ ਤੇ ਮੈਨੂੰ ਤੁਹਾਡੇ ਨਾਲੋਂ ਪਿਆਰਾ ਇਸ ਦੁਨੀਆ ਵਿੱਚੋਂ ਕੋਈ ਨਹੀਂ ਹੈ। ਤੂੰ ਜਿਉਂਦਾ ਰਹਿ ਪੁੱਤਰ, ਤੇਰੀਆਂ ਇਹ ਵੱਡੀਆਂ ਵੱਡੀਆਂ ਗੱਲਾਂ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ। ਸ਼ਾਮ ਨੂੰ ਰਾਮਦੀਨ ਕੰਮ ਤੋਂ ਘਰ ਵਾਪਸ ਆਉਂਦਾ ਹੈ ਤਾਂ ਆਸ਼ੂ ਅਤੇ ਅੰਸ਼ਿਕਾ ਪੜ੍ਹ ਰਹੇ ਹੁੰਦੇ ਹਨ। ਬੱਚਿਆਂ ਨੂੰ ਇਸ ਤਰ੍ਹਾਂ ਪੜ੍ਹਦੇ ਲਿਖਦੇ ਵੇਖ ਕੇ ਰਾਮਦੀਨ ਦਾ ਮਨ ਖੁਸ਼ ਹੋ ਜਾਂਦਾ ਹੈ। ਜਿਉਂਦੇ ਰਹੋ ਮੇਰੇ ਬੱਚਿਓ, ਏਦਾਂ ਹੀ ਮਨ ਲਗਾ ਕੇ ਪੜੋਗੇ ਤਾਂ ਜ਼ਿੰਦਗੀ ਸੁਧਰ ਜਾਊਗੀ। ਬਾਪੂ ਜੀ ਵੇਖਿਓ, ਮੈਂ ਬਹੁਤ ਪੜਾਂਗਾ ਤੇ ਇੱਕ ਦਿਨ ਪਾਇਲਟ ਬਣ ਕੇ ਦਿਖਾਵਾਂਗਾ। ਇਹ ਪਾਇਲਟ ਕੀ ਹੁੰਦਾ ਹੈ ਪੁੱਤਰ? ਓਏ ਬਾਪੂ, ਜੋ ਅਸਮਾਨ ਵਿੱਚ ਹਵਾਈ ਜਹਾਜ਼ ਉਡਾਉਂਦਾ ਹੈ। ਅੱਛਾ, ਰੱਬ ਕਰੇ ਪੁੱਤਰ ਤੂੰ ਪਾਇਲਟ ਹੀ ਬਣੇ। ਇਸ ਤਰ੍ਹਾਂ ਰਾਮਦੀਨ ਮੋਚੀ ਦਾ ਕੰਮ ਕਰਕੇ ਆਪਣੇ ਬੱਚਿਆਂ ਨੂੰ ਕਿਸੇ ਤਰ੍ਹਾਂ ਪਾਲ ਰਿਹਾ ਹੁੰਦਾ ਹੈ ਕਿ ਅਚਾਨਕ ਇੱਕ ਦਿਨ ਸੜਕ ਹਾਦਸੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ ਤੇ ਬਾਪੂ, ਬਾਪੂ ਮੈਨੂੰ ਵੀ ਆਪਣੇ ਨਾਲ ਲੈ ਜਾਓ, ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ। ਮੈਂ ਵੀ ਤੁਹਾਡੇ ਬਿਨਾਂ ਨਹੀਂ ਰਹਿਣਾ ਹੈ ਬਾਪੂ, ਮੈਂ ਵੀ ਤੁਹਾਡੇ ਨਾਲ ਜਾਣਾ ਹੈ। ਬੱਚਿਆਂ ਦਾ ਇਹ ਵਿਲਾਪ ਵੇਖ ਕੇ ਉੱਥੇ ਖੜੇ ਲੋਕਾਂ ਦੀਆਂ ਅੱਖਾਂ ਭਰ ਆਉਂਦੀਆਂ ਹਨ ਤੇ ਉਹ ਭਰਾਵਾ, ਰਾਮਦੀਨ ਦੇ ਬੱਚਿਆਂ ਦਾ ਵਿਲਾਪ ਤੇ ਵੇਖਿਆ ਨਹੀਂ ਜਾਂਦਾ। ਜਲਦੀ ਜਲਦੀ ਇਹਦੀ ਅਰਥੀ ਨੂੰ ਚੁੱਕੋ, ਨਹੀਂ ਤੇ ਬੱਚੇ ਰੋਣਾ ਬੰਦ ਨਹੀਂ ਕਰਨਗੇ। ਇਹ ਠੀਕ ਕਹਿੰਦਾ ਪਿਆ ਹੈ। ਬੱਚਿਆਂ ਦਾ ਖਿਆਲ ਕਰੋ ਤੇ ਰਾਮਦੀਨ ਦੇ ਅੰਤਮ ਸੰਸਕਾਰ ਵਿੱਚ ਹੋਰ ਦੇਰੀ ਨਾ ਕਰੋ। ਇਸ ਤਰ੍ਹਾਂ ਦੀਆਂ ਗੱਲਾਂ ਚੱਲਦੇ ਹੀ ਲੋਕ ਉਸੇ ਵੇਲੇ ਰਾਮਦੀਨ ਦੀ ਲਾਸ਼ ਨੂੰ ਅੰਤਿਮ ਸੰਸਕਾਰ ਦੇ ਲਈ ਲੈ ਜਾਂਦੇ ਹਨ ਤੇ ਉਸ ਦਾ ਅੰਤਿਮ ਸੰਸਕਾਰ ਕਰ ਦਿੰਦੇ ਹਨ। ਇਸ ਦੇ ਕਈ ਦਿਨਾਂ ਬਾਅਦ ਵੀਰ ਜੀ, ਹੁਣ ਅਸੀਂ ਕੀ ਕਰਾਂਗੇ? ਬਾਪੂ ਤੇ ਰਹੇ ਨਹੀਂ, ਹੁਣ ਮੈਂ ਰੋਟੀ ਕੌਣ ਖਵਾਏਗਾ? ਤੂੰ ਰੋ ਨਾ ਛੋਟੀ, ਤੈਨੂੰ ਰੋਟੀ ਮੈਂ ਹੀ ਖਿਲਾਵਾਂਗਾ ਤੇ ਤੇਰੀ ਪੜ੍ਹਾਈ ਲਿਖਾਈ ਵੀ ਮੈਂ ਹੀ ਕਰਾਵਾਂਗਾ, ਸਮਝੀ? ਪਰ ਤੁਸੀਂ ਪੈਸੇ ਕਿੱਥੋਂ ਲਿਆਓਗੇ? ਮੈਂ ਜੁੱਤਿਆਂ ਨੂੰ ਪਾਲਿਸ਼ ਕਰਾਂਗਾ ਅੰਸ਼ਿਕਾ। ਮੈਂ ਬਾਪੂ ਦੀ ਦੁਕਾਨ ਉੱਤੇ ਬੈਠਾਂਗਾ ਤੇ ਪੈਸੇ ਕਮਾਉਣਾ ਸ਼ੁਰੂ ਕਰ ਦਵਾਂਗਾ। ਉਸ ਦਿਨ ਤੋਂ ਬਾਅਦ ਆਸ਼ੂ ਆਪਣੇ ਪਿਤਾ ਦੇ ਠਿਕਾਣੇ ਉੱਤੇ ਬੈਠ ਕੇ ਮੋਚੀ ਦਾ ਕੰਮ ਕਰਨ ਲੱਗਦਾ ਹੈ। ਜੁੱਤੀਆਂ ਚੱਪਲਾਂ ਠੀਕ ਕਰਾ ਲਓ, ਆਓ ਭਰਾਵੋ ਆਓ, ਜੁੱਤੀਆਂ ਉੱਤੇ ਪਾਲਿਸ਼ ਕਰਾ ਲਵੋ। ਮੈਂ ਸ਼ੀਸ਼ੇ ਵਾਂਗ ਬੂਟ ਚਮਕਾਵਾਂਗਾ, ਪੁਰਾਣੇ ਜੁੱਤਾਂ ਨੂੰ ਨਵਾਂ ਬਣਾਵਾਂਗਾ। ਆਸ਼ੂ ਦਾ ਇਹ ਗਾਣਾ ਸੁਣ ਕੇ ਅਮਨ ਨਾਮ ਦਾ ਇੱਕ ਨੌਜਵਾਨ ਉੱਥੇ ਆਉਂਦਾ ਹੈ ਤੇ ਕਿਉਂ ਭਾਈ, ਤੂੰ ਤੇ ਇੱਥੇ ਨਵਾਂ ਲੱਗ ਰਿਹਾ ਹੈ? ਪਹਿਲਾਂ ਤੇ ਇੱਥੇ ਕੋਈ ਬਜ਼ੁਰਗ ਬੈਠਾ ਸੀ, ਉਹ ਕੰਮ ਛੱਡ ਗਿਆ ਹੈ ਕਿ? ਉਹ ਤਾਂ ਇਹ ਦੁਨੀਆ ਹੀ ਛੱਡ ਕੇ ਚਲੇ ਗਏ ਸਾਹਬ। ਇਹ ਕਹਿ ਕੇ ਆਸ਼ੂ ਦੀਆਂ ਅੱਖਾਂ ਭਰ ਆਉਂਦੀਆਂ ਹਨ ਤੇ ਫਿਰ ਉਹ ਅਮਨ ਨੂੰ ਆਪਣੇ ਪਿਤਾ ਦੀ ਮੌਤ ਦੇ ਬਾਰੇ ਦੱਸਦਾ ਹੈ। ਹੁਣ ਇਹਨੂੰ ਕੌਣ ਟਾਲ ਸਕਦਾ ਹੈ ਬੇਟਾ? ਗਰੀਬ ਨੂੰ ਰੱਬ ਹਮੇਸ਼ਾ 2 ਸੱਟਾਂ ਵੱਧ ਮਾਰਦਾ ਹੈ। ਇਸੇ ਲਈ ਆਪਣਾ ਕੰਮ ਇਮਾਨਦਾਰੀ ਨਾਲ ਕਰੀ ਤਾਂ ਕਿ 2 ਵਕਤ ਦੀ ਰੋਟੀ ਲਈ ਕਿਸੇ ਅੱਗੇ ਭੀਖ ਨਾ ਮੰਗਣੀ ਪਵੇ। ਆਸ਼ੂ ਆਪਣੇ ਕੰਮ ਉੱਪਰ ਪੂਰਾ ਧਿਆਨ ਦਿੰਦਾ ਹੈ ਤੇ ਹੌਲੀ-ਹੌਲੀ ਉਹਦੀ ਥੋੜੀ ਆਮਦਨੀ ਵੀ ਹੋਣ ਲੱਗਦੀ ਹੈ। ਉਹ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦਾ ਰਹਿੰਦਾ ਹੈ ਤੇ ਖੁਸ਼ ਹੋ ਕੇ ਘਰ ਵਾਪਸ ਜਾਂਦਾ ਹੈ। ਵੀਰ ਜੀ, ਅੱਜ ਮੇਰੇ ਲਈ ਕੀ ਲਿਆਏ ਹੋ? ਤੂੰ ਸਵੇਰੇ ਮੈਨੂੰ ਕੀ ਲਿਆਉਣ ਦੇ ਲਈ ਕਿਹਾ ਸੀ, ਯਾਦ ਹੈ? ਗਰਮਾ ਗਰਮ ਜਲੇਬੀਆਂ। ਤਾਂ ਬਸ ਮੈਂ ਉਹੀ ਲੈ ਕੇ ਆਇਆ ਛੋਟੀ। ਤੁਸੀਂ ਬੜੇ ਚੰਗੇ ਹੋ ਵੀਰ ਜੀ, ਤੁਹਾਨੂੰ ਮੇਰੀ ਹਰ ਗੱਲ ਯਾਦ ਰਹਿੰਦੀ ਹੈ। ਅੰਸ਼ਿਕਾ ਦੀ ਇਹ ਗੱਲ ਸੁਣ ਕੇ ਆਸ਼ੂ ਜਜ਼ਬਾਤੀ ਹੋ ਜਾਂਦਾ ਹੈ ਤੇ ਫਿਰ ਉਹਨੂੰ ਸਮਝਾਉਂਦੇ ਹੋਏ ਕਹਿੰਦਾ ਹੈ,
ਤੈਨੂੰ ਯਾਦ ਨਹੀਂ ਰੱਖਾਂਗਾ ਤਾਂ ਹੋਰ ਕਿਹਨੂੰ ਯਾਦ ਰੱਖਾਂਗਾ ਛੋਟੀ? ਤੇਰੇ ਇਲਾਵਾ ਇਸ ਦੁਨੀਆ ਵਿੱਚੋਂ ਮੇਰਾ ਹੈ ਹੀ ਕੌਣ? ਵੀਰ ਜੀ, ਬਾਪੂ ਦੀ ਬੜੀ ਯਾਦ ਆਉਂਦੀ ਹੈ। ਹਾਂ, ਬਾਪੂ ਜੀ ਤਾਂ ਮੈਨੂੰ ਵੀ ਬੜੇ ਯਾਦ ਆਉਂਦੇ ਨੇ ਛੋਟੀ। ਇਸ ਤਰ੍ਹਾਂ ਦੋਵੇਂ ਭੈਣ ਭਰਾ ਇੱਕ ਦੂਸਰੇ ਦੇ ਸਹਾਰੇ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕਰਦੇ ਹਨ। ਆਸ਼ੂ ਨੂੰ ਪੜ੍ਹਾਈ ਲਿਖਾਈ ਛੱਡਣ ਦਾ ਦੁੱਖ ਤਾਂ ਬੜਾ ਹੁੰਦਾ ਹੈ, ਪਰ ਉਹ ਖੁਦ ਨੂੰ ਸੰਭਾਲ ਲੈਂਦਾ ਹੈ ਤੇ ਹਮੇਸ਼ਾ ਅੰਸ਼ਿਕਾ ਦੇ ਬਾਰੇ ਵਿੱਚ ਹੀ ਸੋਚਦਾ ਰਹਿੰਦਾ ਹੈ। ਜੇ ਥੋੜਾ ਜਿਹਾ ਕੰਮ ਹੋਰ ਚੱਲ ਜਾਵੇ ਤੇ ਮੈਂ ਇੰਨਾ ਪੈਸਾ ਜਮ੍ਹਾਂ ਕਰ ਹੀ ਸਕਦਾ ਕਿ ਅੰਸ਼ਿਕਾ ਦਾ ਦਾਖਲਾ ਕਿਸੇ ਚੰਗੇ ਜਿਹੇ ਸਕੂਲ ਵਿੱਚੋਂ ਮੈਂ ਕਰਵਾ ਸਕਾਂ। ਇਹੀ ਸੋਚ ਕੇ ਉਹ ਆਪਣੇ ਕੰਮ ਉੱਤੇ ਹੋਰ ਜ਼ਿਆਦਾ ਧਿਆਨ ਦਿੰਦਾ ਹੈ ਤੇ ਸ਼ਾਮ ਨੂੰ ਦੇਰ ਤੱਕ ਸੜਕ ਦੇ ਕੰਢੇ ਉੱਤੇ ਬੈਠ ਕੇ ਕੰਮ ਕਰਦਾ ਰਹਿੰਦਾ ਹੈ, ਪਰ ਫਿਰ ਵੀ ਇੰਨਾ ਪੈਸਾ ਜਮ੍ਹਾਂ ਨਹੀਂ ਕਰ ਪਾਉਂਦਾ ਕਿ ਉਹਨੂੰ ਕਿਸੇ ਚੰਗੇ ਸਕੂਲ ਵਿੱਚ ਭਰਤੀ ਕਰਾ ਸਕੇ। ਅਸੀਂ ਗਰੀਬ ਕਿੰਨੇ ਵੀ ਮਿਹਨਤ ਕਿਉਂ ਨਾ ਕਰ ਲਈਏ ਭੈਣਾ, ਪਰ ਅਮੀਰਾਂ ਦਾ ਮੁਕਾਬਲਾ ਅਸੀਂ ਕਦੇ ਵੀ ਨਹੀਂ ਕਰ ਸਕਦੇ। ਕਿਉਂ ਵੀਰ ਜੀ? ਕਿਉਂਕਿ ਮੈਂ ਦਿਨ ਰਾਤ ਮਿਹਨਤ ਕਰਕੇ ਵੇਖ ਲਿਆ ਭੈਣਾ, ਪਰ ਫਿਰ ਵੀ ਇੰਨਾ ਪੈਸਾ ਮੈਂ ਜਮ੍ਹਾਂ ਨਹੀਂ ਕਰ ਸਕਿਆ ਕਿ ਮੈਂ ਤੈਨੂੰ ਕਿਸੇ ਚੰਗੇ ਜਿਹੇ ਸਕੂਲ ਵਿੱਚ ਦਾਖਲਾ ਦਿਲਾ ਸਕਾਂ। ਤੁਸੀਂ ਦੁਖੀ ਨਾ ਹੋਵੋ ਵੀਰ ਜੀ, ਮੈਨੂੰ ਤਾਂ ਗਰੀਬਾਂ ਵਾਲੇ ਸਕੂਲ 'ਚ ਪੜ੍ਹਨਾ ਹੀ ਚੰਗਾ ਲੱਗਦਾ ਹੈ। ਇਸ ਤਰ੍ਹਾਂ ਦਿਨ ਲੰਘਦੇ ਜਾਂਦੇ ਹਨ ਤੇ ਫਿਰ ਸਾਲ ਦਾ ਆਖਰੀ ਮਹੀਨਾ ਆ ਜਾਂਦਾ ਹੈ। ਲੋਕ ਨਵੇਂ ਸਾਲ ਦੇ ਜਸ਼ਨ ਮਨਾਉਣ ਦੀ ਤਿਆਰੀ ਵਿੱਚ ਲੱਗ ਜਾਂਦੇ ਹਨ। ਲੋਕਾਂ ਵਿੱਚ ਨਵੇਂ ਸਾਲ ਦੀ ਇੰਨੀ ਜ਼ਿਆਦਾ ਖੁਸ਼ੀ ਵੇਖ ਕੇ ਅੰਸ਼ਿਕਾ ਦਾ ਮਨ ਵੀ ਨਵਾਂ ਸਾਲ ਮਨਾਉਣ ਦੇ ਲਈ ਉਤਸੁਕ ਹੋ ਜਾਂਦਾ ਹੈ ਤੇ ਉਹ ਵੀਰ ਜੀ, ਮੈਂ ਨਵਾਂ ਸਾਲ ਮਨਾਉਣਾ ਹੈ। ਤੇ ਮਨਾਣਾ ਛੋਟੀ, ਮੈਂ ਕਦੋਂ ਮਨਾ ਕੀਤਾ ਤੈਨੂੰ? ਆਸ਼ੂ ਦੀ ਇਹ ਗੱਲ ਸੁਣ ਕੇ ਅੰਸ਼ਿਕਾ ਥੋੜੀ ਨਾਰਾਜ਼ ਹੋ ਜਾਂਦੀ ਹੈ ਤੇ ਫਿਰ ਬਾਪੂ ਹੁੰਦੇ ਤਾਂ ਇਸ ਤਰ੍ਹਾਂ ਕਦੀ ਨਹੀਂ ਕਹਿੰਦੇ। ਉਹ ਮੈਨੂੰ ਨਵੇਂ ਸਾਲ 'ਚ ਕਿੰਨਾ ਕੁਝ ਲਿਆ ਕੇ ਦਿੰਦੇ ਸਨ, ਅਤੇ ਤੂੰ? ਤੇ ਮੈਂ ਤੈਨੂੰ ਕੁਝ ਵੀ ਨਹੀਂ ਦਿਲਾਉਂਦਾ ਛੋਟੀ, ਇਹ ਕਹਿਣਾ ਚਾਹੁੰਦੀ ਆ ਨਾ ਮੈਨੂੰ ਤੂੰ? ਹਾਂ ਹਾਂ ਹਾਂ, ਇਹੀ ਕਹਿਣਾ ਚਾਹੁੰਦੀ ਆ। ਅੰਸ਼ਿਕਾ ਦੀ ਇਹ ਗੱਲ ਸੁਣ ਕੇ ਆਸ਼ੂ ਹੱਸਦੇ ਹੋਏ ਉਹਨੂੰ ਮਨਾਉਣ ਲੱਗਦਾ ਹੈ ਤੇ ਫਿਰ ਉਹ ਮੇਰੀ ਪਿਆਰੀ ਭੈਣਾ, ਮੈਂ ਕਮਾਉਂਦਾ ਕਿਹਦੇ ਲਈ ਆ? ਤੇਰੇ ਲਈ ਤਾਂ ਕਮਾਉਂਦਾ, ਇਸ ਲਈ ਤੂੰ ਚਿੰਤਾ ਨਾ ਕਰ। ਮੈਂ ਤੇਰੇ ਲਈ ਨਵੇਂ ਕੱਪੜੇ, ਮਿਠਾਈਆਂ ਤੇ ਬਹੁਤ ਸਾਰੀ ਚੀਜ਼ਾਂ ਲੈ ਕੇ ਆਵਾਂਗਾ। ਫਿਰ ਅਸੀਂ ਆਪਣੇ ਘਰ ਦੀ ਚੰਗੀ ਸਜਾਵਟ ਕਰਕੇ ਨਵਾਂ ਸਾਲ ਮਨਾਵਾਂਗੇ। ਸੱਚੀ ਵੀਰ ਜੀ? ਹੋਰ ਨਹੀਂ ਤੇ ਕੀ। ਉਸ ਦਿਨ ਆਸ਼ੂ ਦੇ ਮਨ ਵਿੱਚ ਨਵਾਂ ਸਾਲ ਮਨਾਉਣ ਦੀ ਉਤਸੁਕਤਾ ਬਣੀ ਰਹਿੰਦੀ ਹੈ ਤੇ ਉਹ ਸ਼ਾਮ ਤੱਕ ਦਾ ਸਮਾਂ ਬੜੀ ਮੁਸ਼ਕਲ ਨਾਲ ਹੀ ਕੱਟ ਪਾਉਂਦਾ ਹੈ। ਬਾਜ਼ਾਰ ਵਿੱਚ ਜਾ ਕੇ ਅੰਸ਼ਿਕਾ ਦੇ ਲਈ ਨਵੇਂ ਕੱਪੜੇ ਤੇ ਮਿਠਾਈਆਂ ਖਰੀਦਦਾ ਹੈ। ਉਧਰ ਅੰਸ਼ਿਕਾ ਵੀ ਆਸ਼ੂ ਦੇ ਘਰ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ, ਪਰ ਘਰ ਵਾਪਸ ਆਉਂਦੇ ਵੇਲੇ ਆਸ਼ੂ ਅਚਾਨਕ ਹੀ ਇੱਕ ਕਾਰ ਦੇ ਨਾਲ ਟਕਰਾ ਜਾਂਦਾ ਹੈ। ਇਸ ਬੱਚੇ ਨੂੰ ਜ਼ਿਆਦਾ ਸੱਟ ਨਹੀਂ ਲੱਗੀ ਹੈ ਮਿਸਟਰ ਆਨੰਦ, ਥੋੜੀ ਦੇਰ 'ਚ ਇਹਨੂੰ ਹੋਸ਼ ਆ ਜਾਵੇਗਾ। ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਡਾਕਟਰ। ਪਤਾ ਨਹੀਂ ਇਹ ਕਿਹਦਾ ਬੱਚਾ ਹੈ। ਕਿਸੇ ਗਰੀਬ ਘਰ ਦਾ ਬੱਚਾ ਲੱਗਦਾ ਹੈ ਰਜਨੀ। ਕੁਝ ਦੇਰ ਬਾਅਦ ਆਸ਼ੂ ਨੂੰ ਹੋਸ਼ ਆ ਜਾਂਦਾ ਹੈ ਤੇ ਆਨੰਦ ਅਤੇ ਉਸਦੀ ਪਤਨੀ ਆਸ਼ੂ ਕੋਲੋਂ ਉਸਦੇ ਬਾਰੇ ਵਿੱਚ ਪੁੱਛਦੇ ਹਨ ਤਾਂ ਉਹ ਰੋਣ ਲੱਗ ਪੈਂਦਾ ਹੈ। ਫਿਰ ਰੋਂਦੇ ਰੋਂਦੇ ਉਹਨਾਂ ਨੂੰ ਆਪਣੇ ਤੇ ਆਪਣੀ ਭੈਣ ਅੰਸ਼ਿਕਾ ਦੇ ਬਾਰੇ ਵਿੱਚ ਸਾਰਾ ਕੁਝ ਦੱਸ ਦਿੰਦਾ ਹੈ। ਉਸਦੀ ਇਹ ਦੁੱਖ ਭਰੀ ਕਹਾਣੀ ਸੁਣ ਕੇ ਆਨੰਦ ਤੇ ਉਸਦੀ ਪਤਨੀ ਨੂੰ ਉਹਦੇ ਉੱਪਰ ਬੜਾ ਤਰਸ ਆਉਂਦਾ ਹੈ। ਬੇਟਾ, ਰੱਬ ਨੇ ਤੁਹਾਨੂੰ ਦੋਵੇਂ ਭੈਣ ਭਰਾਵਾਂ ਨੂੰ ਬੜੇ ਦੁੱਖ ਦਿੱਤੇ ਨੇ, ਪਰ ਜੇ ਤੂੰ ਚਾਹਵੇਂ ਤਾਂ ਤੇਰੇ ਸਾਰੇ ਦੁੱਖ ਤਕਲੀਫਾਂ ਖਤਮ ਹੋ ਸਕਦੇ ਆ, ਕਿਉਂਕਿ ਅਸੀਂ ਤੈਨੂੰ ਗੋਦ ਲੈਣ ਲਈ ਤਿਆਰ ਆ। ਹਾਂ ਬੇਟਾ, ਸਾਡੀ ਆਪਣੀ ਕੋਈ ਔਲਾਦ ਨਹੀਂ ਹੈ ਤੇ ਅੱਜ ਅਸੀਂ ਨਵੇਂ ਸਾਲ ਉੱਤੇ ਅਨਾਥ ਆਸ਼ਰਮ ਜਾ ਰਹੇ ਸਨ ਕਿਸੇ ਬੱਚੇ ਨੂੰ ਗੋਦ ਲੈਣ ਲਈ ਤੇ ਰਸਤੇ ਵਿੱਚ ਤੁਸੀਂ ਸਾਡੀ ਕਾਰ ਨਾਲ ਟਕਰਾ ਗਏ ਬੇਟਾ। ਸ਼ਾਇਦ ਰੱਬ ਸਾਨੂੰ ਤੇਰੇ ਨਾਲ ਮਿਲਾਉਣਾ ਚਾਹੁੰਦਾ ਸੀ, ਇਸੇ ਕਰਕੇ ਇਹ ਹਾਦਸਾ ਹੋਇਆ। ਆਨੰਦ ਤੇ ਉਸਦੀ ਪਤਨੀ ਰਜਨੀ ਦੀਆਂ ਪਿਆਰ ਤੇ ਮਮਤਾ ਨਾਲ ਭਰੀਆਂ ਗੱਲਾਂ ਸੁਣ ਕੇ ਆਸ਼ੂ ਦੀ ਖੁਸ਼ੀ ਦਾ ਕੋਈ ਠਿਕਾਣਾ ਹੀ ਨਹੀਂ ਰਹਿੰਦਾ ਤੇ ਉਹ ਕੀ ਤੁਸੀਂ ਸੱਚੀ-ਮੁੱਚੀ ਸਾਨੂੰ ਅਨਾਥ ਭੈਣਾਂ ਭਰਾਵਾਂ ਨੂੰ ਗੋਦ ਲੈਣ ਦੇ ਲਈ ਆਏ ਹੋ? ਹਾਂ ਬੇਟਾ, ਜੇ ਤੁਸੀਂ ਖੁਸ਼ੀ ਨਾਲ ਸਾਡੇ ਬੇਟਾ ਬੇਟੀ ਬਣਨਾ ਚਾਹੋ ਤਾਂ ਅਸੀਂ ਤੁਹਾਨੂੰ ਕਦੀ ਕੋਈ ਪਰੇਸ਼ਾਨੀ ਹੋਣ ਨਹੀਂ ਦੇਵਾਂਗੇ। ਅਸੀਂ ਤੁਹਾਨੂੰ ਦੋਵਾਂ ਨੂੰ ਖੂਬ ਪੜਾਵਾਂਗੇ ਤੇ ਮਾਂ ਪਿਓ ਦੇ ਪਿਆਰ ਦੀ ਕਮੀ ਕਦੇ ਵੀ ਮਹਿਸੂਸ ਨਹੀਂ ਹੋਣ ਦੇਵਾਂਗੇ। ਆਨੰਦ ਅਤੇ ਰਜਨੀ ਦੇ ਪਿਆਰ ਅਤੇ ਮਮਤਾ ਨੂੰ ਵੇਖ ਕੇ ਆਸ਼ੂ ਅਤੇ ਅੰਸ਼ਿਕਾ ਦੋਵੇਂ ਉਹਨਾਂ ਦੇ ਨਾਲ ਜਾਣ ਨੂੰ ਤਿਆਰ ਹੋ ਜਾਂਦੇ ਹਨ। ਇਸ ਤਰ੍ਹਾਂ ਅਨਾਥ ਬੱਚਿਆਂ ਨੂੰ ਮਾਤਾ-ਪਿਤਾ ਮਿਲ ਜਾਂਦੇ ਹਨ ਤੇ ਫਿਰ ਸਾਰੇ ਮਿਲ ਕੇ ਉਤਸ਼ਾਹ ਅਤੇ ਚਾਅ ਦੇ ਨਾਲ ਨਵਾਂ ਸਾਲ ਮਨਾਉਂਦੇ ਹਨ।